ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਇਟਲੀ ਦੇ ਪ੍ਰਧਾਨ ਮੰਤਰੀ ਨੇ ਕੀਤਾ ਟਰੂਡੋ ਦਾ ਧੰਨਵਾਦ। ਦੋਵੇਂ ਨੇਤਾਵਾਂ ਨੇ ਕਈ ਮੁੱਦਿਆਂ ਦੇ ਉੱਤੇ ਕੀਤੀ ਗੱਲਬਾਤ। ਹੁਣ 에ਅਰਪੋਰਟ ਹੋਣਗੇ ਪਹਿਲਾਂ ਨਾਲੋਂ ਵੱਖਰੇ, ਬਦਲ ਜਾਵੇਗਾ ਯਾਤਰਾ ਕਰਨ ਦਾ ਤਰੀਕਾ। ਪੰਜਾਬੀ ਪੁਲਿਸ ਅਫਸਰ ਤੇ ਲੱਗੇ ਚਾਰਜ। 2019 ਦੇ ਵਿੱਚ ਹੋਈ ਸੀ ਅਫਸਰ ਦੀ ਗ੍ਰਿਫਤਾਰੀ। ਕੈਨੇਡਾ ਦੇ ਵਿੱਚ ਘੱਟ ਹੋਏ 80% ਕਰੋਨਾ ਮਾਮਲੇ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਵੀ ਹੋਈ ਕਾਫੀ ਤੇਜ਼। ਜੌਨਸਨ ਟੀਕੇ ਦੇ ਪਹਿਲੇ ਬੈਚ ਬਾਰੇ ਕੈਨੇਡਾ ਦਾ ਫੈਸਲਾ, ਹੁਣ ਨਹੀਂ ਵਰਤੇ ਜਾਣਗੇ ਪੁਰਾਣੇ ਜੌਨਸਨ ਦੇ ਟੀਕੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ। ਦੋਹਾਂ ਨੇਤਾਵਾਂ ਦੀ ਮੁਲਾਕਾਤ G7 ਮੀਟਿੰਗ ਦੇ ਦੌਰਾਨ ਹੋਈ। ਦੋਨਾਂ ਵੱਲੋਂ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਨਾਲ ਹੀ ਇਟਲੀ ਦੇ ਪ੍ਰਧਾਨ ਮੰਤਰੀ ਵੱਲੋਂ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਟਾਲੀਅਨ ਕੈਨੇਡੀਅਨਸ ਦੇ ਸੰਬੰਧ ਦੇ ਵਿੱਚ ਮੁਆਫੀ ਮੰਗੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ। G7 ਮੀਟਿੰਗ ਦੇ ਵਿੱਚ ਦੋਹਾਂ ਨੇਤਾਵਾਂ ਦੀ ਜੋ ਮੁਲਾਕਾਤ ਹੋਈ ਹੈ, ਇਸ ਦੀ ਜਾਣਕਾਰੀ ਜਸਟਿਨ ਟਰੂਡੋ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਦੋਹਾਂ ਨੇਤਾਵਾਂ ਵੱਲੋਂ ਆਮੋ-ਸਾਹਮਣੇ ਮੀਟਿੰਗ ਕੀਤੀ ਹੋਵੇ। ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਅਤੇ ਜਸਟਿਨ ਟਰੂਡੋ ਵੱਲੋਂ ਕਈ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ। ਜੋ ਦੋਹਾਂ ਦੇਸ਼ਾਂ ਦੇ ਆਪਸੀ ਮਜ਼ਬੂਤ ਰਿਸ਼ਤੇ ਹਨ, ਇਸ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ ਗਈ। ਨਾਲ ਹੀ ਕੋਵਿਡ-19 ਵਾਇਰਸ ਅਤੇ ਚਾਈਨਾ ਦੇ ਨਾਲ ਸੰਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਉਹਨਾਂ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਇਟਾਲੀਅਨ ਕੈਨੇਡੀਅਨਸ ਦੇ ਲਈ ਮੁਆਫੀ ਮੰਗੀ ਸੀ, ਜਿਸ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦੋਹਾਂ ਨੇਤਾਵਾਂ ਦੀ ਆਪਸ ਦੇ ਵਿੱਚ ਮੁਲਾਕਾਤ G7 ਮੀਟਿੰਗ ਦੇ ਦੌਰਾਨ ਹੋਈ ਹੈ, ਜਿੱਥੇ ਉਹਨਾਂ ਵੱਲੋਂ ਕਈ ਮੁੱਦਿਆਂ ਦੇ ਉੱਪਰ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਜਾਣਕਾਰੀ ਦਿੰਦਿਆਂ ਲਿਖਿਆ ਗਿਆ ਕਿ ਕੈਨੇਡਾ ਅਤੇ ਇਟਲੀ ਵੱਲੋਂ ਕਈ ਚੀਜ਼ਾਂ ਦੇ ਉੱਪਰ ਇਕੱਠਿਆਂ ਹੋ ਕੇ ਕੰਮ ਕੀਤਾ ਜਾਵੇਗਾ। ਕਰੋਨਾ ਵਾਇਰਸ ਤੋਂ ਬਾਅਦ ਜਦੋਂ ਯਾਤਰਾ ਕਰਾਂਗੇ ਤਾਂ 에ਅਰਪੋਰਟ ਬਦਲ ਗਏ ਹੋਣਗੇ। ਯਾਤਰਾ ਕਰਨ ਦਾ ਨਵਾਂ ਹੀ ਤਰੀਕਾ ਹੋਏਗਾ। 에ਅਰਪੋਰਟਸ ਦੇ ਉੱਪਰ ਪੈਸੇ ਖਰਚ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਨੂੰ ਮਾਡਰਨਾਈਜ਼ ਕੀਤਾ ਜਾਵੇ। ਨਾਲ ਹੀ ਜੋ ਆਇਡੈਂਟੀਫਿਕੇਸ਼ਨ ਹੈ ਉਹ ਵੀ ਡਿਜੀਟਲ ਤਰੀਕੇ ਦੇ ਨਾਲ ਕੀਤੀ ਜਾਵੇਗੀ। ਕੈਨੇਡਾ ਸਰਕਾਰ ਵੱਲੋਂ ਵੀ ਇਸ ਦੇ ਵਾਸਤੇ ਕਾਫੀ ਜ਼ਿਆਦਾ ਪੈਸੇ ਖਰਚ ਕੀਤੇ ਜਾ ਰਹੇ ਨੇ। ਕਿਸ ਤਰ੍ਹਾਂ ਦਾ ਤਜਰਬਾ ਹੋਵੇਗਾ, ਕਿਹੜੇ ਬਦਲਾਅ ਆਉਣਗੇ, ਦੱਸਾਂਗੇ ਇਸ ਖਬਰ ਦੇ ਵਿੱਚ। ਕਰੋਨਾ ਵਾਇਰਸ ਤੋਂ ਬਾਅਦ ਜਦੋਂ ਯਾਤਰੀ 에ਅਰਪੋਰਟ ਦੇ ਰਾਹੀਂ ਯਾਤਰਾ ਕਰਨਗੇ ਤਾਂ ਇਹਨਾਂ 에ਅਰਪੋਰਟ ਦੇ ਵਿੱਚ ਕਾਫੀ ਕੁਝ ਬਦਲਿਆ ਹੋਵੇਗਾ। ਪੈਂਡੈਮਿਕ ਤੋਂ ਬਾਅਦ ਹੁਣ ਯਾਤਰਾ ਕਰਨ ਦਾ ਤਰੀਕਾ ਹੀ ਬਦਲ ਜਾਵੇਗਾ। ਸਰਕਾਰਾਂ ਦਾ ਇਸ ਸਮੇਂ ਜ਼ੋਰ 에ਅਰਪੋਰਟਸ ਨੂੰ ਮਾਡਰਨਾਈਜ਼ ਕਰਨ ਦੇ ਵਾਸਤੇ ਲੱਗਿਆ ਹੋਇਆ ਹੈ। ਇਹਨਾਂ 에ਅਰਪੋਰਟਸ ਨੂੰ ਡਿਜੀਟਲਾਈਜ਼ ਕਰਨ ਦੇ ਲਈ ਕਾਫੀ ਪੈਸੇ ਖਰਚ ਕੀਤੇ ਜਾ ਰਹੇ ਨੇ। ਫੈਡਰਲ ਬਜਟ ਦੇ ਵਿੱਚ ਸਰਕਾਰ ਵੱਲੋਂ $82.5 ਮਿਲੀਅਨ ਦੀ ਅਨਾਉਂਸਮੈਂਟ ਕੀਤੀ ਗਈ। ਇਹ ਐਲਾਨ ਕੈਨੇਡਾ ਦੇ 에ਅਰਪੋਰਟਸ ਦੇ ਉੱਪਰ ਟੈਸਟਿੰਗ ਇਨਫਰਾਸਟ੍ਰਕਚਰ ਦੇ ਵਾਸਤੇ ਕੀਤਾ ਗਿਆ। ਇਸ ਦੇ ਨਾਲ ਹੀ $6.7 ਮਿਲੀਅਨ ਦੀ ਸੈਨੀਟਾਈਜ਼ੇਸ਼ਨ ਇਕਵਿਪਮੈਂਟ ਖਰੀਦੇ ਜਾਣਗੇ, ਜੋ ਕਿ ਕੈਨੇਡੀਅਨ 에ਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਦੇ ਲਈ ਹੋਣਗੇ। ਆਟਵਾ ਵੱਲੋਂ ਵੀ ਕੈਨੇਡਾ ਦੀ ਬਾਰਡਰ ਸਿਕਿਉਰਿਟੀ ਨੂੰ ਮਾਡਰਨਾਈਜ਼ ਕਰਨ ਦੇ ਵਾਸਤੇ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ $656.1 ਮਿਲੀਅਨ ਇਸ ਵਾਸਤੇ ਰੱਖੇ ਗਏ ਨੇ, ਜੋ ਅਗਲੇ 5 ਸਾਲਾਂ ਦੇ ਵਿੱਚ ਵਰਤੇ ਜਾਣਗੇ। ਕੈਨੇਡੀਅਨ 에ਅਰਪੋਰਟ ਕੌਂਸਲ ਦੇ ਪ੍ਰੈਜ਼ੀਡੈਂਟ ਵੱਲੋਂ ਇਸ ਸੰਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ 에ਅਰਪੋਰਟਸ ਦੇ ਉੱਪਰ ਕਿਸ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ। ਇਸ ਸਮੇਂ ਕੈਨੇਡਾ ਦੇ ਵਿੱਚ ਸਿਰਫ 4 에ਅਰਪੋਰਟਸ ਦੇ ਰਾਹੀਂ ਹੀ ਉਡਾਨਾਂ ਆ ਜਾ ਰਹੀਆਂ ਨੇ। ਕੈਨੇਡਾ ਵੱਲੋਂ ਮਾਰਚ 2020 ਤੋਂ ਹੀ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਰੋਕ ਲਗਾਈ ਹੋਈ ਹੈ। ਇਸ ਦੇ ਨਾਲ ਹੀ ਫਰਵਰੀ 22 ਤੋਂ ਯਾਤਰਾ ਸੰਬੰਧੀ ਸਖਤੀਆਂ ਵੀ ਐਲਾਨੀਆਂ ਗਈਆਂ। KTDI ਪਲਾਨ ਦੇ ਅਧੀਨ 에ਅਰਪੋਰਟਸ ਨੂੰ ਹੁਣ ਟੱਚਲੈਸ ਬਣਾਇਆ ਜਾ ਰਿਹਾ ਹੈ। ਯਾਤਰੀ ਦੀ ਡਿਜੀਟਲ ਤਰੀਕੇ ਦੇ ਨਾਲ ਆਇਡੈਂਟੀਫਿਕੇਸ਼ਨ ਹੋਏਗੀ, ਜਿੱਥੇ ਡਿਜੀਟਲ ਤਰੀਕੇ ਦੇ ਨਾਲ ਉਹਨਾਂ ਦੇ ਬੋਰਡਿੰਗ ਪਾਸ, ਵੈਕਸੀਨੇਸ਼ਨ ਹਿਸਟਰੀ ਅਤੇ ਹੋਰ ਵੀ ਜੋ ਜਾਣਕਾਰੀ ਕੋਵਿਡ-19 ਸੰਬੰਧੀ ਹੈ ਉਹ ਹਾਸਲ ਕੀਤੀ ਜਾਵੇਗੀ। ਇਸ ਪਲਾਨ ਦੇ ਅਧੀਨ ਯਾਤਰੀ ਕਸਟਮ ਆਫਿਸਰ ਨੂੰ ਤਾਂ ਫੇਸ ਕਰਨਗੇ, ਪਰ ਇਹ ਸਭ ਕੁਝ ਟੱਚਲੈਸ ਹੋਵੇਗਾ। ਇਸ ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਸੋ ਹੁਣ ਪੈਂਡੈਮਿਕ ਤੋਂ ਬਾਅਦ ਯਾਤਰਾ ਕਰਨ ਦਾ ਤਰੀਕਾ ਬਿਲਕੁਲ ਬਦਲ ਜਾਵੇਗਾ, ਕਿਉਂਕਿ ਹੁਣ ਯਾਤਰਾ ਦੇ ਵਿੱਚ ਕਾਫੀ ਤਰ੍ਹਾਂ ਦੇ ਬਦਲਾਅ ਆਉਣ ਵਾਲੇ ਹਨ।
ਵੈਨਕੂਵਰ ਦੇ ਪੰਜਾਬੀ ਪੁਲਿਸ ਆਫੀਸਰ ਨੂੰ ਹੁਣ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਉੱਪਰ ਅਸੌਲਟ ਸੰਬੰਧਿਤ ਚਾਰਜ ਲਗਾਏ ਗਏ। ਇਸ ਆਫੀਸਰ ਦੀ ਗ੍ਰਿਫਤਾਰੀ 2019 ਦੇ ਵਿੱਚ ਕੀਤੀ ਗਈ ਸੀ। ਇਸ ਦੇ ਉੱਪਰ ਕਿਹੜੇ ਦੋਸ਼ ਨੇ ਇਹਨਾਂ ਸੰਬੰਧੀ ਅਜੇ ਸਪਸ਼ਟ ਨਹੀਂ ਕੀਤਾ ਗਿਆ, ਪਰ ਇਸ ਆਫੀਸਰ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਜੋ ਕਿ ਅਗਸਤ ਮਹੀਨੇ ਤੈਅ ਕੀਤੀ ਗਈ ਹੈ। ਵੈਨਕੂਵਰ ਦੇ ਪੰਜਾਬੀ ਪੁਲਿਸ ਆਫੀਸਰ ਨੂੰ ਅਸੌਲਟ ਜਾਣੀ ਕਿ ਹਮਲੇ ਦੇ ਸੰਬੰਧੀ ਚਾਰਜ ਕੀਤਾ ਗਿਆ। ਜੀ ਹਾਂ, ਵੈਨਕੂਵਰ ਪੁਲਿਸ ਆਫੀਸਰ ਨੂੰ ਹੁਣ ਅਸੌਲਟ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। BC ਪ੍ਰੋਸੀਕਿਊਸ਼ਨ ਸਰਵਿਸ ਵੱਲੋਂ ਇਸ ਸੰਬੰਧੀ ਸ਼ੁੱਕਰਵਾਰ ਨੂੰ ਸਟੇਟਮੈਂਟ ਜਾਰੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕਾਂਸਟੇਬਲ ਅਮਰਿੰਦਰ ਸਿੰਘ ਗਿੱਲ ਦੇ ਉੱਪਰ ਚਾਰजेस ਅਪਰੂਵ ਕੀਤੇ ਜਾ ਚੁੱਕੇ ਨੇ। ਅਮਰਿੰਦਰ ਸਿੰਘ ਗਿੱਲ ਦੀ ਗ੍ਰਿਫਤਾਰੀ ਡਾਊਨਟਾਊਨ ਵੈਨਕੂਵਰ ਦੇ ਵਿੱਚ ਨਵੰਬਰ 13, 2019 ਨੂੰ ਹੋਈ ਸੀ। ਸਰਵਿਸ ਵੱਲੋਂ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਸਪਸ਼ਟ ਕੀਤੀ ਗਈ ਕਿ ਅਮਰਿੰਦਰ ਸਿੰਘ ਗਿੱਲ ਦੇ ਉੱਪਰ ਕਿਹੜੇ ਐਲੀਗੇਸ਼ਨ ਲੱਗੇ ਨੇ। ਜਦੋਂ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੂੰ ਗਿੱਲ ਦੇ ਸਟੇਟਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਐਕਟਿਵ ਮੈਂਬਰ ਰਹਿਣਗੇ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਅਮਰਿੰਦਰ ਸਿੰਘ ਗਿੱਲ ਦੀ ਪੇਸ਼ੀ ਕੋਰਟ ਦੇ ਵਿੱਚ 16 ਅਗਸਤ ਨੂੰ ਹੋਵੇਗੀ। ਉਹਨਾਂ ਦੀ ਪੇਸ਼ੀ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਹੋਵੇਗੀ। ਗਿੱਲ ਦੇ ਉੱਪਰ ਜਿਹੜੇ ਐਲੀਗੇਸ਼ਨ ਲੱਗੇ ਨੇ ਉਹਨਾਂ ਦੀਆਂ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਗਈਆਂ। ਬਸ ਇੰਨਾ ਦੱਸਿਆ ਗਿਆ ਹੈ ਕਿ ਉਹਨਾਂ ਨੂੰ 2019 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਅਸੌਲਟ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਤੇਜ਼ ਹੈ ਤੇ ਕਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਨੇ। ਪਹਿਲਾਂ ਦੇ ਮੁਕਾਬਲੇ ਹੁਣ 80% ਕਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਜੋ ਕਿ ਹੁਣ ਰਾਹਤ ਦੀ ਖਬਰ ਹੈ। ਨਾਲ ਹੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜ਼ਿਆਦਾ ਤੇਜ਼ੀ ਦੇ ਨਾਲ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਕੈਨੇਡਾ ਦੇ ਵਿੱਚ ਲਗਾਤਾਰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ ਤੇ ਹੁਣ ਕਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹਨ। ਮੌਜੂਦਾ ਸਮੇਂ ਕੋਵਿਡ-19 ਮਾਮਲਿਆਂ ਦੇ ਵਿੱਚ 80% ਦੀ ਗਿਰਾਵਟ ਦੇਖੀ ਜਾ ਰਹੀ ਹੈ। ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫੀਸਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੌਜੂਦਾ ਸਮੇਂ ਕੈਨੇਡਾ ਦੇ ਕੋਵਿਡ ਵਾਇਰਸ ਦੇ ਸੰਬੰਧੀ ਹਾਲਾਤਾਂ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਦੇਖਿਆ ਜਾ ਰਿਹਾ ਹੈ। ਮੌਜੂਦਾ ਸਮੇਂ 80% ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਨੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਿਡ ਅਪ੍ਰੈਲ ਦੇ ਵਿੱਚ ਕਰੋਨਾ ਦੇ ਮਾਮਲੇ ਸਿਖਰ ਦੇ ਉੱਪਰ ਸਨ, ਪਰ ਹੁਣ ਹਸਪਤਾਲ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 27.7 ਮਿਲੀਅਨ ਦੇ ਕਰੀਬ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ। ਪਿਛਲੇ ਹਫ਼ਤੇ 2.6 ਮਿਲੀਅਨ ਡੋਜ਼ਸ ਲਗਾਏ ਗਏ। ਇਸ ਦੀ ਪੁਸ਼ਟੀ ਡਾਕਟਰ ਥੇਰੇਸਾ ਟੇਮ ਵੱਲੋਂ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 72% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। 11.8% ਦੀ ਆਬਾਦੀ ਨੂੰ ਦੋਨੋਂ ਡੋਜ਼ਸ ਲੱਗ ਚੁੱਕੇ ਨੇ। ਕੈਨੇਡਾ ਵੱਲੋਂ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਜਦੋਂ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲੱਗ ਜਾਏਗਾ ਤਾਂ ਕਰੋਨਾ ਦੇ ਕਾਰਨ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਰਾਹਤ ਦਿੱਤੀ ਜਾਵੇਗੀ। ਇਸ ਦੇ ਚੱਲਦਿਆਂ ਹੁਣ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਵੀ ਕਾਫੀ ਤੇਜ਼ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਕੈਨੇਡਾ ਵੱਲੋਂ ਜੌਨਸਨ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੋ ਪਹਿਲੀ ਸ਼ਿਪਮੈਂਟ ਕੈਨੇਡਾ ਨੂੰ ਮਿਲੀ ਸੀ, ਜਿਸ ਨੂੰ ਹੁਣ ਤੱਕ ਹੋਲਡ ਦੇ ਉੱਪਰ ਰੱਖਿਆ ਗਿਆ ਸੀ, ਉਸ ਨੂੰ ਨਹੀਂ ਵਰਤਿਆ ਜਾਏਗਾ। ਜਾਣੀ ਕਿ ਇਹ ਪਹਿਲੀ ਸ਼ਿਪਮੈਂਟ ਜਿਹੜੀ ਹੈ ਉਹ ਕੈਨੇਡਾ ਵਾਸੀਆਂ ਨੂੰ ਨਹੀਂ ਲਗਾਈ ਜਾਵੇਗੀ। ਕੈਨੇਡਾ ਜੌਨਸਨ ਟੀਕੇ ਦੀ ਪਹਿਲੀ ਸ਼ਿਪਮੈਂਟ ਵਰਤੋਂ ਦੇ ਵਿੱਚ ਨਹੀਂ ਲਿਆਵੇਗਾ। ਅਪ੍ਰੈਲ ਮਹੀਨੇ ਕੈਨੇਡਾ ਨੂੰ 3 ਲੱਖ ਤੋਂ ਵੱਧ ਜੌਨਸਨ ਟੀਕੇ ਦੇ ਸ਼ਾਟਸ ਮਿਲੇ ਸਨ, ਪਰ ਇਸ ਦੇ ਨਾਲ ਸੰਬੰਧਿਤ ਮੈਨੂਫੈਕਚਰਿੰਗ ਦੇ ਵਿੱਚ ਦਿੱਕਤ ਆਈ ਸੀ, ਜਿਸ ਤੋਂ ਬਾਅਦ ਕੈਨੇਡਾ ਵੱਲੋਂ ਇਹਨਾਂ ਨੂੰ ਹੋਲਡ ਦੇ ਉੱਪਰ ਰੱਖਿਆ ਗਿਆ ਸੀ। ਪਰ ਹੁਣ ਇਸ ਸੰਬੰਧੀ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਇਸ ਪਹਿਲੀ ਸ਼ਿਪਮੈਂਟ ਨੂੰ ਵਰਤੋਂ ਦੇ ਵਿੱਚ ਨਹੀਂ ਲੈ ਕੇ ਆਂਦਾ ਜਾਵੇਗਾ। ਜਾਣੀ ਕਿ ਇਸ ਟੀਕੇ ਦੀ ਇਹ ਪਹਿਲੀ ਸ਼ਿਪਮੈਂਟ ਕੈਨੇਡੀਅਨਸ ਨੂੰ ਨਹੀਂ ਲਗਾਈ ਜਾਵੇਗੀ। ਜੋ ਜੌਨਸਨ ਟੀਕੇ ਦੀ ਮੈਨੂਫੈਕਚਰਿੰਗ ਦੇ ਨਾਲ ਸੰਬੰਧਿਤ ਮੁਸ਼ਕਲ ਸਾਹਮਣੇ ਆਈ ਸੀ, ਉਸ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ ਜੌਨਸਨ ਵੱਲੋਂ 15 ਮਿਲੀਅਨ ਡੋਜ਼ਸ ਸੱਟ ਦਿੱਤੇ ਗਏ। ਦਰਅਸਲ ਵਰਕਰਸ ਦੇ ਵੱਲੋਂ ਆਕਸਫੋਰਡ ਐਸਟ੍ਰਾਜੈਨੇਕਾ ਵੈਕਸੀਨ ਦਾ ਫਾਰਮੂਲਾ ਜੌਨਸਨ ਟੀਕੇ ਦੇ ਨਾਲ ਮਿਕਸ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੈਨੇਡਾ ਨੂੰ ਜੋ ਇਸ ਟੀਕੇ ਦੀ ਪਹਿਲੀ ਸ਼ਿਪਮੈਂਟ ਮਿਲੀ ਉਸ ਨੂੰ ਕਾਫੀ ਲੰਬੇ ਸਮੇਂ ਤੋਂ ਹੋਲਡ ਦੇ ਉੱਪਰ ਰੱਖਿਆ ਗਿਆ ਤੇ ਹੁਣ ਇਸ ਸੰਬੰਧੀ ਇਹੀ ਅਪਡੇਟ ਸਾਹਮਣੇ ਆਈ ਹੈ ਕਿ ਇਹ ਵੈਕਸੀਨ ਕੈਨੇਡੀਅਨਸ ਨੂੰ ਨਹੀਂ ਲਗਾਈ ਜਾਵੇਗੀ। ਜੋ ਇਸ ਦੀ ਦੂਸਰੀ ਸ਼ਿਪਮੈਂਟ ਆਏਗੀ ਉਸ ਦੀ ਵਰਤੋਂ ਕੈਨੇਡੀਅਨਸ ਨੂੰ ਲਗਾਉਣ ਦੇ ਵਾਸਤੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇਸ ਟੀਕੇ ਦੀਆਂ 60 ਮਿਲੀਅਨ ਡੋਜ਼ਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਇਹਨਾਂ ਡੋਜ਼ਸ ਨੂੰ ਟੌਸਟ ਕਰਨ ਦੇ ਵਾਸਤੇ ਕਿਹਾ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਘਟਣ ਲੱਗੇ ਨੇ ਤੇ ਵੈਕਸੀਨੇਸ਼ਨ ਦੇ ਵਿੱਚ ਵੀ ਕਾਫੀ ਤੇਜ਼ੀ ਹੈ।
ਬ੍ਰਿਟਿਸ਼ ਕੋਲੰਬੀਆ ਦੇ ਵਿੱਚ 75% ਦੀ ਆਬਾਦੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਨਾਲ ਹੀ ਸਰੀ ਤੋਂ ਵੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ। ਵੱਡੀ ਗਿਣਤੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੁਆਇੰਟ ਸਟੇਟਮੈਂਟ ਦੇ ਦੌਰਾਨ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਡਾਕਟਰ ਬੋਨੀ ਹੈਨਰੀ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਹੈ, ਉਹਨਾਂ ਨੇ ਜਾਣਕਾਰੀ ਦਿੱਤੀ ਕਿ BC ਦੇ ਵਿੱਚ 75.1% ਅਡਲਟਸ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਅਤੇ 73.1% ਨੂੰ, ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਕੋਵਿਡ ਦਾ ਪਹਿਲਾ ਡੋਜ਼ ਲੱਗ ਚੁੱਕਿਆ ਹੈ। ਹੁਣ ਤੱਕ 38,93,581 ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ ਵੈਕਸੀਨ ਲਗਾਈ ਜਾ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 4,97,932 ਅਜਿਹੇ ਨੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਵੀ ਲੱਗ ਚੁੱਕੀ ਹੈ। ਪ੍ਰੋਵਿੰਸ ਦੇ ਵਿੱਚ ਇਸ ਸਮੇਂ 1,880 ਦੇ ਕਰੀਬ ਐਕਟਿਵ ਕੋਰੋਨਾ ਮਾਮਲੇ ਹਨ। ਹੁਣ ਤੱਕ 1,42,526 ਅਜਿਹੇ ਹਨ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ। अस्पतालों अंदर भी मरीजों की गिणती हुण घट रही है। मौजूदा समय 162 जाने अस्पताल दे विच ने, जिन्हां विचों 45 इंटेंसिव केयर अधीन हैं। सरी तो भी कोरोना वायरस मामलों संबंधी राहत की खबर लगातार सामने आ रही है। मौजूदा समय ब्रिटिश कोलंबिया के कुल मामलों के विचों सरी तो 25% केस हैं। दिसंबर महीने के आखिर तो सरी दे विच कोरोना वायरस के मामले घट रहे हैं। दिसंबर आखिर ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੁੱਲ ਮਾਮਲਿਆਂ ਦੇ ਵਿੱਚੋਂ 31% ਸਰੀ ਦੇ ਵਿੱਚ ਸਨ। ਜਨਵਰੀ 1, 2020 ਤੋਂ ਲੈ ਕੇ ਮਈ 31, 2021 ਦੌਰਾਨ ਸਰੀ ਦੇ ਵਿੱਚ 37,158 ਕੋਰੋਨਾ ਦੇ ਮਾਮਲੇ ਸਨ, ਜਦਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਸ ਸਮੇਂ 1,44,299 ਕੇਸਿਸ ਸਨ। ਸੂਬੇ ਦੇ ਵਿੱਚ ਵੈਕਸੀਨੇਸ਼ਨ ਤੇਜ਼ ਹੋਣ ਦੇ ਨਾਲ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਵੀ ਘਟ ਰਹੇ ਨੇ, ਜਿਸ ਦੀ ਜਾਣਕਾਰੀ ਲਗਾਤਾਰ ਸਾਹਮਣੇ ਆ ਰਹੀ ਹੈ। ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਵਾਸੀ ਅਜਿਹੇ ਨੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਸੰਬੰਧਿਤ ਇੱਕ ਆਨਲਾਈਨ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ 1000 ਕੈਨੇਡੀਅਨਸ ਨੇ ਹਿੱਸਾ ਲਿਆ। ਉਹਨਾਂ ਵੱਲੋਂ ਇੱਛਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਕਿਹਨਾਂ ਦੇ ਨਾਲ ਉਹ ਕੈਂਪਿੰਗ ਕਰਨਾ ਚਾਹੁੰਦੇ ਨੇ। 71% ਅਜਿਹੇ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਫਿਰ ਸ਼ਨਾਇਆ ਟਵੇਨ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਦਰਅਸਲ ਇਸ ਦੇ ਨਾਲ ਸੰਬੰਧਿਤ ਹਿਪ ਕੈਂਪ ਸਰਵੇ ਕਰਵਾਇਆ ਗਿਆ, ਜਿਸ ਦੇ ਵਿੱਚ 1000 ਕੈਨੇਡੀਅਨਸ ਨੇ ਹਿੱਸਾ ਲਿਆ। ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਕਿਸ ਦੇ ਨਾਲ ਕੈਂਪਿੰਗ ਕਰਨਾ ਪਸੰਦ ਕਰਦੇ ਨੇ। ਵੱਡੀ ਗਿਣਤੀ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪਿਤਾ ਅਜਿਹੇ ਸਨ ਜਿਹੜੇ ਆਪਣੇ ਬੱਚਿਆਂ ਦੀ ਬਜਾਏ ਕਿਸੇ ਹੋਰ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। 65% ਮੇਲ ਅਤੇ 30% ਔਰਤਾਂ ਅਜਿਹੀਆਂ ਨੇ ਜਿਹੜੇ ਆਪਣੇ ਬੱਚਿਆਂ ਦੀ ਬਜਾਏ ਕਿਸੇ ਹੋਰ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਇਹਨਾਂ ਵਿੱਚੋਂ 71% ਅਜਿਹੇ ਨੇ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਕੈਂਪਿੰਗ ਕਰਨ ਦੇ ਲਈ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ। 36% ਅਜਿਹਿਆਂ ਦੀ ਗਿਣਤੀ ਹੈ ਜਿਹੜੇ ਸ਼ਨਾਇਆ ਟਵੇਨ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਹੀ 12% ਕੈਨੇਡੀਅਨਸ ਸੈਂਡਰਾ ਓ, 10% ਜਸਟਿਨ ਬੀਬਰ, 9% ਡੈਨ ਲੈਵੀ ਅਤੇ 8% ਡ੍ਰੇਕ ਦੇ ਨਾਲ ਕੈਂਪਿੰਗ ਕਰਨਾ ਚਾਹੁੰਦੇ ਨੇ। ਇਸ ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 10% ਕੈਨੇਡੀਅਨਸ ਅਜਿਹੇ ਵੀ ਨੇ ਜਿਹੜੇ ਕਿ ਮਨੁੱਖਾਂ ਦੀ ਬਜਾਏ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਕੈਂਪਿੰਗ ਤੇ ਜਾਣਾ ਪਸੰਦ ਕਰਦੇ ਹਨ। ਇਸ ਸਮੇਂ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਉਹ ਕਿਤੇ ਘੁੰਮਣ ਫਿਰਨ ਜਾ ਸਕਣ। ਬਹੁਤ ਸਾਰੇ ਲੋਕ ਕੈਂਪਿੰਗ ਨੂੰ ਲੈ ਕੇ ਵੀ ਉਤਸ਼ਾਹਿਤ ਨੇ। 68% ਅਜਿਹੇ ਲੋਕ ਨੇ ਜਿਨ੍ਹਾਂ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਬੁਕਿੰਗ ਕਰਵਾ ਲਈ ਗਈ ਹੈ। ਲੰਡਨ, ਓਨਟਾਰੀਓ ਦੀ ਘਟਨਾ ਦੇ ਪੀੜਤਾਂ ਦੇ ਵਾਸਤੇ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਸਰੀ ਦੇ ਵਿੱਚ ਵੀ ਇਸ ਸੰਬੰਧੀ ਕੈਂਡਲ ਵਿਜਲ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ਲੋਕ ਪਹੁੰਚੇ ਤੇ ਉਹਨਾਂ ਵੱਲੋਂ 4 ਵਿਕਟਮਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੰਡਨ, ਓਨਟਾਰੀਓ ਹਾਦਸੇ ਦੇ ਵਿਕਟਮਸ ਨੂੰ ਯਾਦ ਕਰਦਿਆਂ ਸਰੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਸਰੀ ਦੇ ਹਾਲੈਂਡ ਪਾਰਕ ਦੇ ਵਿੱਚ ਵੱਡੀ ਗਿਣਤੀ ਲੋਕ ਇਕੱਠੇ ਹੋਏ, ਜਿਨ੍ਹਾਂ ਵੱਲੋਂ ਓਨਟਾਰੀਓ ਲੰਡਨ ਦੀ ਘਟਨਾ ਦੇ ਵਿੱਚ ਜੋ ਮੁਸਲਿਮ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ, ਇਸ ਸੰਬੰਧੀ ਆਪਣੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇੱਥੇ ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਸ ਦੇ ਵੱਲੋਂ ਕੈਂਡਲਲਾਈਟ ਵਿਜਲ ਕਰਵਾਇਆ ਗਿਆ। ਇਸ ਘਟਨਾ ਸੰਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਮਾਮਲਾ ਟਾਰਗੇਟਡ ਹੈ। ਮੁਸਲਿਮ ਪਰਿਵਾਰ ਵੱਲੋਂ ਇੰਟਰਸੈਕਸ਼ਨ ਦੇ ਉੱਪਰ ਉਡੀਕ ਕੀਤੀ ਜਾ ਰਹੀ ਸੀ ਤਾਂ ਕਿ ਉਹ ਰਸਤਾ ਕ੍ਰਾਸ ਕਰ ਸਕਣ।
ਜਦੋਂ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਾਣੀ ਇਸ ਘਟਨਾ ਨੂੰ ਟਾਰਗੇਟਡ ਦੱਸਿਆ ਗਿਆ ਸੀ। ਇਸ ਘਟਨਾ ਦੇ ਵਿੱਚ ਸਲਮਾਨ ਅਫਸਾਲ, ਮਦੀਹਾ ਸਲਮਾਨ, ਯੂਮਾ ਸਲਮਾਨ ਅਤੇ ਅਫਸਾਲ ਦੀ ਮੌਤ ਹੋਈ ਸੀ। ਇਸ ਦੌਰਾਨ ਇੱਕ 9 ਸਾਲ ਦੇ ਬੱਚੇ ਵੱਲੋਂ ਸਰਵਾਈਵ ਵੀ ਕੀਤਾ ਗਿਆ ਜਿਸ ਦਾ ਨਾਮ ਫਾਇਜ਼ ਹੈ। ਹੁਣ ਇਸ ਘਟਨਾ ਦੇ ਪੀੜਤਾਂ ਨੂੰ ਯਾਦ ਕਰਦਿਆਂ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅਜਿਹਾ ਹੀ ਸਰੀ ਦੇ ਹਾਲੈਂਡ ਪਾਰਕ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਜੂਨ 11 ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਤੇ ਉਹਨਾਂ ਵੱਲੋਂ ਪਰਿਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। I hope you can understand as you look behind us, that the truly closed the site. Spoke to several different members and they do send their love and they do send their appreciation that protocol was followed. So I want to make that clear. A 20-year-old young man. Of course he's a murderer. Of course he's a terrorist. But the reality is he exists in a system that allows him to think these things. So there is so much more to this than just the simple idea of a beautiful family who is now lost. As I said yesterday in Vancouver, I do want to say that those 3 words really spoke to me when I saw that beautiful mural. 8 ਸਾਲ ਤੋਂ 12 ਸਾਲ ਵਾਲਿਆਂ ਦੇ ਲਈ ਵੀ ਹੁਣ ਕੋਵਿਡ ਦੀ ਦਵਾਈ ਆਏਗੀ। ਰਸ਼ੀਆ ਵੱਲੋਂ 8 ਸਾਲ ਤੋਂ 12 ਸਾਲ ਵਾਲਿਆਂ ਦੇ ਲਈ ਨੇਜ਼ਲ ਸਪਰੇ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵੈਕਸੀਨ ਦੀ ਬਜਾਏ ਨੇਜ਼ਲ ਸਪਰੇ ਦੇਣੀ ਜ਼ਿਆਦਾ ਆਸਾਨ ਹੈ। ਇਸ ਸੰਬੰਧੀ ਉਹਨਾਂ ਵੱਲੋਂ ਜੋ ਟ੍ਰਾਇਲ ਕਰਵਾਇਆ ਗਿਆ ਜਾਨੀ ਸਟੱਡੀ ਕਰਵਾਈ ਗਈ ਉਸ ਦੇ ਪੋਜ਼ਿਟਿਵ ਰਿਜ਼ਲਟ ਸਾਹਮਣੇ ਆਏ ਨੇ। ਰਸ਼ੀਆ ਵੱਲੋਂ 8 ਸਾਲ ਤੋਂ ਲੈ ਕੇ 12 ਸਾਲ ਉਮਰ ਦੇ ਬੱਚਿਆਂ ਦੇ ਵਾਸਤੇ ਕੋਵਿਡ-19 ਵੈਕਸੀਨ ਦੀ ਨੇਜ਼ਲ ਸਪਰੇ ਟੈਸਟ ਕੀਤੀ ਗਈ। ਰਸ਼ੀਆ ਵੱਲੋਂ ਇਹ ਨੇਜ਼ਲ ਸਪਰੇ ਸਤੰਬਰ ਮਹੀਨੇ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੀ ਸਾਰੀ ਜਾਣਕਾਰੀ ਉਹਨਾਂ ਵਿਗਿਆਨੀਆਂ ਵੱਲੋਂ ਸਾਂਝੀ ਕੀਤੀ ਗਈ ਜਿਨ੍ਹਾਂ ਨੇ ਸਪੁਤਨਿਕ V ਵੈਕਸੀਨ ਡਿਵੈਲਪ ਕੀਤੀ ਹੈ। ਇੰਸਟੀਚਿਊਟ ਦੇ ਹੈੱਡ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਕੋਵਿਡ ਦਾ ਟੀਕਾ ਅਤੇ ਸਪਰੇ ਇੱਕੋ ਜਿਹੇ ਨੇ, ਬਸ ਵੈਕਸੀਨ ਦੀ ਬਜਾਏ ਨੇਜ਼ਲ ਸਪਰੇ ਬੱਚਿਆਂ ਦੇ ਵਾਸਤੇ ਜ਼ਿਆਦਾ ਕਾਰਗਰ ਸਾਬਤ ਹੋਵੇਗੀ ਕਿਉਂਕਿ ਸੂਈ ਦੇ ਬਜਾਏ ਬੱਚਿਆਂ ਦੇ ਨੇਜ਼ਲ ਸਪਰੇ ਪਾਉਣੀ ਜ਼ਿਆਦਾ ਆਸਾਨ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨੇਜ਼ਲ ਸਪਰੇ ਸਤੰਬਰ 15 ਤੱਕ ਡਿਸਟ੍ਰੀਬਿਊਟ ਜਾਣੀ ਕਿ ਵੰਡਣ ਦੇ ਲਈ ਤਿਆਰ ਹੋਵੇਗੀ। ਜਿਨ੍ਹਾਂ ਬੱਚਿਆਂ ਦੇ ਉੱਪਰ ਇਸ ਸੰਬੰਧੀ ਟ੍ਰਾਇਲ ਕਰਵਾਇਆ ਗਿਆ ਉਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਦਾ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ, ਨਾ ਹੀ ਇਹਨਾਂ ਬੱਚਿਆਂ ਦੇ ਤਾਪਮਾਨ ਜਾਣੀ ਕਿ ਬਾਡੀ ਟੈਂਪਰੇਚਰ ਦੇ ਵਿੱਚ ਵਾਧਾ ਹੋਇਆ। ਇਸ ਸਟੱਡੀ ਦੇ ਬਾਰੇ ਵਿੱਚ ਬਾਕੀ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਦੇ ਦੌਰਾਨ ਸਾਂਝੀ ਕੀਤੀ ਜਾਵੇਗੀ। ਫਿਲਹਾਲ ਇਸ ਨੇਜ਼ਲ ਸਪਰੇ ਬਾਰੇ ਇਹੀ ਦੱਸਿਆ ਗਿਆ ਕਿ ਛੋਟੇ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੀ ਬਜਾਏ ਨੇਜ਼ਲ ਸਪਰੇ ਦੇਣੀ ਜ਼ਿਆਦਾ ਆਸਾਨ ਹੋਵੇਗੀ। ਸੋ ਸਤੰਬਰ ਮਹੀਨੇ ਤੱਕ ਰਸ਼ੀਆ ਵੱਲੋਂ ਇਹ ਨੇਜ਼ਲ ਸਪਰੇ ਡਿਸਟ੍ਰੀਬਿਊਟ ਜਾਣੀ ਕਿ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ 8 ਸਾਲ ਤੋਂ 12 ਸਾਲ ਦੀ ਉਮਰ ਵਾਲਿਆਂ ਦੇ ਲਈ ਹੋਏਗੀ। ਇਸ ਤੋਂ ਪਹਿਲਾਂ 12 ਸਾਲ ਤੋਂ 17 ਸਾਲ ਵਾਲਿਆਂ ਦੇ ਲਈ ਫਾਈਜ਼ਰ ਵੈਕਸੀਨ ਅਪਰੂਵ ਕੀਤੀ ਜਾ ਚੁੱਕੀ ਹੈ। ਕੈਨੇਡਾ ਦੇ ਵਿੱਚ 12 ਤੋਂ 17 ਸਾਲ ਵਾਲਿਆਂ ਨੂੰ ਫਾਈਜ਼ਰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹਨ ਕਰੋਨਾ ਵਾਇਰਸ ਦੇ ਹਾਲਾਤ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 502 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 15 ਜਾਨਾਂ ਇਸ ਵਾਇਰਸ ਦੇ ਕਾਰਨ 24 ਘੰਟਿਆਂ ਦੌਰਾਨ ਗਈਆਂ। ਹੁਣ ਤੱਕ ਪ੍ਰੋਵਿੰਸ ਦੇ ਵਿੱਚ ਕੁੱਲ 5,39,153 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 99, ਪੀਲ ਰੀਜਨ ਤੋਂ 71, ਵਾਟਰਲੂ ਤੋਂ 51, ਯਾਰਕ ਰੀਜਨ ਤੋਂ 37, ਦੋਹਰਮ ਤੋਂ 31 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 8,950 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। 5,24,362 ਕਰੋਨਾ ਵਾਇਰਸ ਦੇ ਪ੍ਰੋਵਿੰਸ ਦੇ ਵਿੱਚ ਰਿਕਵਰਡ ਮਾਮਲੇ ਨੇ। ਹਸਪਤਾਲ ਦੇ ਵਿੱਚ 447 ਦੇ ਕਰੀਬ ਮਰੀਜ਼ ਹਨ ਜਿਨ੍ਹਾਂ ਵਿੱਚੋਂ 422 ਇੰਟੈਂਸਿਵ ਕੇਅਰ ਅਧੀਨ ਅਤੇ 277 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 182 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 3 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ। ਹੁਣ ਤੱਕ 3,72,838 ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਪ੍ਰੋਵਿੰਸ ਦੇ ਵਿੱਚ 11,170 ਕੁੱਲ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 227 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਵਿੱਚੋਂ 59 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 77.4% ਦੀ ਆਬਾਦੀ ਨੂੰ ਕੋਵਿਡ ਦਾ ਪਹਿਲਾ ਡੋਜ਼ ਅਤੇ 11% ਨੂੰ ਦੋਨੋਂ ਡੋਜ਼ ਲੱਗ ਚੁੱਕੇ ਨੇ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 294 ਕਰੋਨਾ ਦੇ ਮਾਮਲੇ ਸਾਹਮਣੇ ਆਏ।
ਤੇ 5 ਜਾਨਾਂ ਇਸ ਵਾਇਰਸ ਦੇ ਕਾਰਨ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ ਕੈਨੇਡਾ ਦੇ ਵਿੱਚ ਕੁੱਲ 14 ਮਿਲੀਅਨ ਦੇ ਕਰੀਬ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 25,910 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਨਾਲ ਹੀ 13.6 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਇਟਲੀ ਦੇ ਪ੍ਰਧਾਨ ਮੰਤਰੀ ਨੇ ਕੀਤਾ ਟਰੂਡੋ ਦਾ ਧੰਨਵਾਦ। ਦੋਵੇਂ ਨੇਤਾਵਾਂ ਨੇ ਕਈ ਮੁੱਦਿਆਂ ਦੇ ਉੱਤੇ ਕੀਤੀ ਗੱਲਬਾਤ। ਹੁਣ 에ਅਰਪੋਰਟ ਹੋਣਗੇ ਪਹਿਲਾਂ ਨਾਲੋਂ ਵੱਖਰੇ, ਬਦਲ ਜਾਵੇਗਾ ਯਾਤਰਾ ਕਰਨ ਦਾ ਤਰੀਕਾ। ਪੰਜਾਬੀ ਪੁਲਿਸ ਅਫਸਰ ਤੇ ਲੱਗੇ ਚਾਰਜ। 2019 ਦੇ ਵਿੱਚ ਹੋਈ ਸੀ ਅਫਸਰ ਦੀ ਗ੍ਰਿਫਤਾਰੀ। ਕੈਨੇਡਾ ਦੇ ਵਿੱਚ ਘੱਟ ਹੋਏ 80% ਕੋਰੋਨਾ ਮਾਮਲੇ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਵੀ ਹੋਈ ਕਾਫੀ ਤੇਜ਼। ਜੌਨਸਨ ਟੀਕੇ ਦੇ ਪਹਿਲੇ ਬੈਚ ਬਾਰੇ ਕੈਨੇਡਾ ਦਾ ਫੈਸਲਾ, ਹੁਣ ਨਹੀਂ ਵਰਤੇ ਜਾਣਗੇ ਪੁਰਾਣੇ ਜੌਨਸਨ ਦੇ ਟੀਕੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।